जद लाहौर विच एक खबर फैली कि टुंडा लाट यानी लॉर्ड हार्डिंग खुद सरहद उपर लॉर्ड गफ वजों फौज की अगवाही वास्ते आ रहा है तो सब अपने अपने झगड़े ते मजहब भुल के अपनी मात भूमि की रखिया वास्ते डट गए। हिम्मत मंगण लई प्रार्थना भी उन्हां दिनां विच गुरुद्वारे मंदिरां या मस्जिदां विच नहीं जाके करते सन, सगों इकट्ठे हुंदे सन महाराजा रणजीत सिंह की समाधि वाली पवित्र जगह ते। जद पंच 17 नवंबर 1844 ਨੂੰ ਇਕੱਠੇ ਹੋ ਕੇ ਆਪਣੀ ਯੋਜਨਾ ਬਾਰੇ ਮਹਾਰਾਣੀ ਜਿੰਦਾ ਦੀ ਮਨਜ਼ੂਰੀ ਵਾਸਤੇ ਤੇ ਆਪਣਾ ਲੀਡਰ ਚੁਣਨ ਵਾਸਤੇ ਗਏ ਤਾਂ ਮਹਿਲ ਵਿੱਚ ਗਰਮਾ ਗਰਮੀ ਦਾ ਮਾਹੌਲ ਬਣ ਗਿਆ। ਭਾਈ ਆਰਾਮ ਸਿੰਘ ਅਤੇ ਫਕੀਰ ਅਜ਼ੀਜ਼ੁਦੀਨ ਵਰਗੇ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਸਨ ਕਿ ਲੜਾਈ ਦੀ ਕੋਈ ਤਿਆਰੀ ਵੀ ਹੋ ਰਹੀ ਹੈ। ਉਹਨਾਂ ਦਾ ਮੰਨਣਾ ਸੀ ਕਿ ਇਹ ਫੌਜਾਂ ਤਾਂ ਸਿਰਫ ਰੱਖਿਆ ਵਾਸਤੇ ਹੀ ਤੈਨਾਤ ਨੇ, ਪਰ ਇਸ ਦਲੀਲ ਦਾ ਕਿਸੇ ਕੋਲ ਵੀ ਕੋਈ ਜਵਾਬ ਨਹੀਂ ਸੀ ਕਿ ਜਦ ਲਾਰਡ ਐਲਨ ਬਰੂ ਹਿੰਦੁਸਤਾਨ ਛੱਡ ਕੇ ਗਿਆ ਸੀ ਤਾਂ ਸਿਰਫ 17,000 ਦੀ ਫੌਜ ਤੇ 66 ਤੋਪਾਂ ਸਨ ਅਤੇ ਹੁਣ 40,000 ਦੀ ਫੌਜ ਤੇ 94 ਤੋਪਾਂ ਹੋ ਗਈਆਂ ਹਨ। ਪਹਿਲਾਂ ਸਨ 1809 ਵਿੱਚ ਸਿਰਫ ਲੁਧਿਆਣੇ ਹੀ ਫੌਜੀ ਛਾਉਣੀ ਸੀ ਤੇ ਹੁਣ ਫਿਰੋਜ਼ਪੁਰ, ਅੰਬਾਲਾ, ਸਪਾਟੂ, ਕਸੌਲੀ, ਡੱਗਸਈ ਵਿੱਚ ਵੀ ਬਣ ਗਈਆਂ ਹਨ। ਇਸ ਤੋਂ ਬਾਅਦ ਸਭ ਨੂੰ ਵਿਸ਼ਵਾਸ ਹੋ ਗਿਆ ਕਿ ਅੰਗਰੇਜ਼ ਕਈ ਸਾਲਾਂ ਤੋਂ ਪੰਜਾਬ ਉੱਤੇ ਹਮਲੇ ਦੀਆਂ ਸਕੀਮਾਂ ਬਣਾ ਰਹੇ ਹਨ ਅਤੇ ਉਹਨਾਂ ਵਾਸਤੇ ਮੈਦਾਨ ਵਿੱਚ ਲੜਾਈ ਲਈ ਇਹੀ ਰੁੱਤ ਸਭ ਤੋਂ ਸਹੀ ਹੈ। ਇਸ ਲਈ ਦਰਬਾਰ ਨੇ ਫੌਜ ਨੂੰ 7 ਡਿਵੀਜ਼ਨਾਂ ਵਿੱਚ ਵੰਡ ਦਿੱਤਾ। 4 ਡਿਵੀਜ਼ਨਾਂ ਰੋਪੜ, ਲੁਧਿਆਣਾ, ਹਰੀਕੇ ਤੇ ਫਿਰੋਜ਼ਪੁਰ ਤੈਨਾਤ ਕਰ ਦਿੱਤੀਆਂ। ਇੱਕ ਡਿਵੀਜ਼ਨ ਦੱਖਣ ਵਿੱਚ ਸਿੰਧ ਦੇ ਨਾਲ ਤੇ ਇੱਕ ਪੇਸ਼ਾਵਰ ਤੇ ਅਟਕ ਵਾਸਤੇ ਤੈਨਾਤ ਕਰ ਦਿੱਤੀ। ਇੱਕ ਡਿਵੀਜ਼ਨ ਨੇ ਲਾਹੌਰ ਵਿੱਚ ਹੀ ਰਹਿਣਾ ਸੀ। 8 ਤੋਂ 12,000 ਦੀ ਫੌਜ ਇੱਕ ਡਿਵੀਜ਼ਨ ਵਿੱਚ ਹੁੰਦੀ ਸੀ। ਜਦ ਬ੍ਰਿਟਿਸ਼ ਏਜੰਟ ਨੇ ਇਸ ਤਿਆਰੀ ਦਾ ਜਵਾਬ ਮੰਗਿਆ ਤਾਂ ਕਿਹਾ ਗਿਆ ਕਿ ਇਹ ਤਿਆਰੀ ਉੱਧਰਲੇ ਪਾਸੇ ਹੋ ਰਹੀ ਤਿਆਰੀ ਦੇ ਜਵਾਬ ਵਿੱਚ ਕੀਤੀ ਗਈ ਹੈ। ਇਸ ਤੋਂ ਇਲਾਵਾ ਦਰਬਾਰ ਨੇ ਸੁਚੇਤ ਸਿੰਘ ਦੇ ਉਸ ਖਜ਼ਾਨੇ ਦੀ ਵੀ ਮੰਗ ਕੀਤੀ ਜੋ ਅੰਗਰੇਜ਼ਾਂ ਨੇ ਜ਼ਬਤ ਕਰ ਲਿਆ ਸੀ ਅਤੇ ਮੋਰਾ ਤੇ ਨਾਭਾ ਨਾਮ ਦੇ ਪਿੰਡਾਂ ਨੂੰ ਵੀ ਦਰਬਾਰ ਦੇ ਨੁਮਾਇੰਦੇ ਧੰਨਾ ਸਿੰਘ ਦੇ ਨਾਮ ਬਹਾਲ ਕਰਨ ਦੀ ਮੰਗ ਕੀਤੀ। ਇਹ ਪਿੰਡ ਨਾਭੇ ਦੇ ਰਾਜਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਅੰਦਰ ਕੁਝ ਜ਼ਮੀਨ ਦੇ ਬਟਵਾਰੇ ਵਜੋਂ ਦਿੱਤਾ ਸੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਧੰਨਾ ਸਿੰਘ ਮਲਵਈ ਨੂੰ ਦੇ ਦਿੱਤਾ ਸੀ। ਫਿਰ ਨਾਭੇ ਦੇ ਰਾਜਾ ਨੇ 1843 ਵਿੱਚ ਇਸ ਉੱਪਰ ਜਬਰੀ ਕਬਜ਼ਾ ਕਰ ਲਿਆ ਸੀ ਅਤੇ ਲਾਹੌਰ ਦਰਬਾਰ ਦੇ ਰੋਸ ਪ੍ਰਗਟ ਕਰਨ ਦੇ ਬਾਵਜੂਦ ਵੀ ਅੰਗਰੇਜ਼ਾਂ ਨੇ ਨਾਭੇ ਦੇ ਰਾਜਾ ਦੀ ਕਾਰਵਾਈ ਨੂੰ ਜਾਇਜ਼ ਕਰਾਰ ਦਿੱਤਾ। ਅਖੀਰ ਵਿੱਚ ਇੱਕ ਸਵਾਲ ਦਰਬਾਰ ਦੀਆਂ ਫੌਜਾਂ ਨੂੰ ਸਤਲੁਜ ਦੇ ਪਾਰ ਦੇ ਇਲਾਕਿਆਂ ਵਿੱਚ ਜਾਣ ਦੀ ਇਜਾਜ਼ਤ ਦਾ ਸੀ। ਇਹ ਕਾਗਜ਼ਾਂ ਵਿੱਚ ਤਾਂ ਮੰਨਿਆ ਹੋਇਆ ਸੀ ਪਰ ਅੰਗਰੇਜ਼ਾਂ ਨੇ ਇਸ ਉੱਪਰ ਅਮਲ ਘੱਟ ਹੀ ਕੀਤਾ ਸੀ। ਇਹ ਵਾਕਿਆ 3 ਦਸੰਬਰ 1845 ਦਾ ਹੈ ਜਦ ਬ੍ਰਿਟਿਸ਼ ਏਜੰਟ ਦਰਬਾਰ ਦੇ ਇਹਨਾਂ ਸਵਾਲਾਂ ਜਵਾਬਾਂ ਨਾਲ ਸਹਿਮਤ ਨਹੀਂ ਸੀ ਹੋਇਆ ਤੇ ਇਸ ਦੇ ਨਾਲ ਹੀ ਦੋਨੋਂ ਹਕੂਮਤਾਂ ਹੁਣ ਵਿਵਹਾਰਕ ਤੌਰ ਤੇ ਲੜਾਈ ਉੱਪਰ ਸੀ। 8 ਦਸੰਬਰ 1845 ਨੂੰ ਮੇਰਠ ਅਤੇ ਅੰਬਾਲਾ ਛਾਉਣੀ ਤੋਂ ਫੌਜੀਆਂ ਦਾ ਦਸਤਾ ਕਮਾਂਡਰ ਇਨ ਚੀਫ ਗਫ ਦੀ ਅਗਵਾਈ ਵਿੱਚ ਉੱਤਰ ਵੱਲ ਨੂੰ ਫਿਰੋਜ਼ਪੁਰ ਵਿਖੇ ਜਨਰਲ ਲਿਟਲਰ ਦੀ ਫੌਜ ਦੇ ਨਾਲ ਮਿਲਣ ਵਾਸਤੇ ਰਵਾਨਾ ਹੋਇਆ। ਪੰਜਾਬੀ ਜਰਨੈਲਾਂ ਨੇ ਸੋਚਿਆ ਕਿ ਇਸ ਕਾਫਿਲੇ ਨੂੰ ਮਿਲਣ ਨਹੀਂ ਦੇਣਾ ਚਾਹੀਦਾ, ਇਸ ਲਈ ਉਹ ਗਫ ਤੇ ਹਾਰਡਿੰਗ ਦੀ ਫੌਜਾਂ ਨੂੰ ਰੋਕਣ ਵਾਸਤੇ ਸਤਲੁਜ ਪਾਰ ਕਰਨ ਲਈ ਅੱਗੇ ਵਧੇ। ਸਤਲੁਜ ਪਾਰ ਕਰਨ ਦੀ ਖਬਰ ਸੁਣ ਕੇ ਲਾਰਡ ਹਾਰਡਿੰਗ ਨੇ ਲਸ਼ਕਰੀ ਖਾਂ ਦੀ ਸਰਾਈ ਤੋਂ ਦਰਬਾਰ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਕਿਉਂਕਿ ਬ੍ਰਿਟਿਸ਼ ਸਰਕਾਰ ਦਾ ਕਹਿਣਾ ਸੀ ਕਿ ਦਰਿਆ ਪਾਰ ਕਰਨਾ 1809 ਦੀ ਸੰਧੀ ਦੀ ਉਲੰਘਣਾ ਹੈ। ਪਰ ਨਾ ਹੀ ਸਿਰਫ ਕੁਝ ਭਾਰਤੀ ਇਤਿਹਾਸਕਾਰ ਸਗੋਂ ਨਾਰਥ ਵੈਸਟਰਨ ਏਜੰਸੀ ਦੇ ਮੇਜਰ ਜੀ ਕਾਰਮਾਈਕਲ ਸਮਿਥ ਅਤੇ ਜਾਰਜ ਕੈਂਪਨ ਨੇ ਵੀ ਲਿਖਿਆ ਕਿ ਸਿੱਖ ਫੌਜਾਂ ਨਾ ਹੀ ਕਿਸੇ ਹਮਲੇ ਦੇ ਇਰਾਦੇ ਨਾਲ ਸਤਲੁਜ ਪਾਰ ਦਾਖਲ ਹੋਈਆਂ ਤੇ ਨਾ ਹੀ ਅੰਗਰੇਜ਼ੀ ਇਲਾਕੇ ਵਿੱਚ। ਉਹ ਆਪਣੇ ਹੀ ਇਲਾਕੇ ਵਿੱਚ ਦਾਖਲ ਹੋਈਆਂ ਨੇ, ਸਾਡੇ ਇਲਾਕੇ ਵਿੱਚ ਨਹੀਂ, ਅਤੇ ਅਸੀਂ ਹੀ ਉਹਨਾਂ ਨੂੰ ਲੜਾਈ ਵਾਸਤੇ ਉਕਸਾ ਰਹੇ ਹਾਂ ਤੇ ਨਾਲ ਹੀ ਸਨ 1809 ਦੀ ਸੰਧੀ ਅਤੇ ਦੋਸਤੀ ਦੇ ਅਸੂਲਾਂ ਤੋਂ ਪਾਸੇ ਅਸੀਂ ਅੰਗਰੇਜ਼ ਹੀ ਹਟ ਰਹੇ ਹਾਂ। ਅੰਗਰੇਜ਼ਾਂ ਦੇ ਵਿਰੁੱਧ ਭੇਜੀ ਗਈ ਪੰਜਾਬੀ ਫੌਜ ਵਿੱਚ ਮੁੱਖ ਤੌਰ ਤੇ ਸਿੱਖ ਅਤੇ ਮੁਸਲਮਾਨ ਸਨ। ਪੰਜਾਬ ਦੀ ਫੌਜ ਵਿੱਚ ਬਹੁਤ ਥੋੜ੍ਹੀ ਗਿਣਤੀ ਪੂਰਬੀਆਂ ਤੇ ਗੋਰਖਿਆਂ ਦੀ ਵੀ ਸੀ। ਗੁਲਾਬ ਸਿੰਘ ਨੇ ਡੋਗਰਿਆਂ ਨੂੰ ਲੜਾਈ ਵਿੱਚ ਜਾਣ ਤੋਂ ਮਨਾ ਕਰ ਦਿੱਤਾ ਸੀ। ਪੰਜਾਬੀਆਂ ਦੀ ਸਭ ਤੋਂ ਵੱਡੀ ਘਾਟ ਇਹ ਸੀ ਕਿ ਉਹਨਾਂ ਦੀ ਅਗਵਾਈ ਗੱਦਾਰ ਕਰ ਰਹੇ ਸਨ। ਪ੍ਰਧਾਨ ਮੰਤਰੀ ਲਾਲ ਸਿੰਘ, ਕਮਾਂਡਰ ਇਨ ਚੀਫ ਤੇਜ ਸਿੰਘ ਤੇ ਬਾਅਦ ਵਿੱਚ ਜਾ ਕੇ ਗੁਲਾਬ ਸਿੰਘ ਡੋਗਰਾ ਨੇ ਵੀ ਦੁਸ਼ਮਣਾਂ ਦੇ ਏਜੰਟਾਂ ਨਾਲ ਆਪਣੇ ਸੰਬੰਧ ਬਣਾ ਕੇ ਰੱਖੇ। ਰਾਣੀ ਜਿੰਦਾ ਦੇ ਖਿਲਾਫ ਇਸ ਸਭ ਵਿੱਚ ਸ਼ਾਮਿਲ ਹੋਣ ਦਾ ਕੋਈ ਸਾਫ਼ ਸਬੂਤ ਨਹੀਂ ਹੈ ਪਰ ਉਸ ਦੇ ਸੰਬੰਧ ਲਾਲ ਸਿੰਘ ਨਾਲ ਜ਼ਰੂਰ ਸੀ ਜਿਸ ਨੇ ਅੰਗਰੇਜ਼ੀ ਏਜੰਟ ਨੂੰ ਖਤ ਲਿਖਿਆ ਕਿ ਮੈਨੂੰ ਤੇ ਬੀਬੀ ਸਾਹਿਬਾ ਨੂੰ ਆਪਣਾ ਦੋਸਤ ਹੀ ਸਮਝੋ। ਕਈ ਲੋਕਾਂ ਦਾ ਕਹਿਣਾ ਹੈ ਕਿ ਰਾਣੀ ਜਿੰਦਾ ਨੇ ਇਹ ਸਭ ਆਪਣੇ ਭਰਾ ਜਵਾਹਰ ਸਿੰਘ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ
ਕਵੀ ਸ਼ਾਹ ਮੁਹੰਮਦ ਨੇ ਬਿਨਾਂ ਕਿਸੇ ਝਿਜਕ ਦੇ ਲਿਖਿਆ ਹੈ ਕਿ ਰਾਣੀ ਜਿੰਦਾ ਹੀ ਪੰਜਾਬ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਹੈ। ਆਪਣੀ ਫੌਜਾਂ ਨੂੰ ਸਤਲੁਜ ਪਾਰ ਲਿਜਾਣ ਤੋਂ ਬਾਅਦ ਲਾਲ ਸਿੰਘ ਨੇ ਸਭ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਕੈਪਟਨ ਨਿਕਲਸਨ ਨੂੰ ਖਤ ਲਿਖਿਆ ਅਤੇ ਕਿਹਾ ਕਿ ਉਹ ਸਤਲੁਜ ਪਾਰ ਆ ਗਿਆ ਹੈ, ਪਰ ਅਸਲ ਵਿੱਚ ਉਹ ਅੰਗਰੇਜ਼ਾਂ ਦਾ ਦੋਸਤ ਹੈ ਅਤੇ ਉਸ ਨੂੰ ਆਖਿਆ ਕਿ ਉਹ ਉਸ ਨੂੰ ਦੱਸਣ ਕਿ ਹੁਣ ਉਹ ਕੀ ਕਰੇ। ਜਵਾਬੀ ਖਤ ਵਿੱਚ ਨਿਕਲਸਨ ਨੇ ਉਸ ਨੂੰ ਕਿਹਾ ਕਿ ਫਿਰੋਜ਼ਪੁਰ ਤੇ ਹਮਲਾ ਨਾ ਕਰੋ ਤੇ ਜਿੰਨੇ ਦਿਨ ਹੋ ਸਕਦਾ ਹੈ ਹਮਲਾ ਰੋਕ ਕੇ ਰੱਖੋ ਤੇ ਬਾਅਦ ਵਿੱਚ ਗਵਰਨਰ ਜਨਰਲ ਹਾਰਡਿੰਗ ਵੱਲ ਅੱਗੇ ਵਧੋ। ਅੰਗਰੇਜ਼ਾਂ ਦੇ ਚਮਚੇ ਲਾਲ ਸਿੰਘ ਨੇ ਬਿਲਕੁਲ ਇੰਝ ਹੀ ਕੀਤਾ। ਉਸਨੇ ਕੁਝ ਦਸਤੇ ਤੇਜ ਸਿੰਘ ਨੂੰ ਦੇ ਕੇ ਫਿਰੋਜ਼ਪੁਰ ਵੱਲ ਭੇਜ ਦਿੱਤੇ ਤੇ ਖੁਦ ਮੁੱਖ ਫੌਜ ਲੈ ਕੇ ਦਰਿਆ ਉੱਪਰ ਵੱਲ ਨੂੰ ਚਲਾ ਗਿਆ। ਥੋੜੀ ਦੂਰ ਜਾ ਕੇ ਪਿੰਡ ਫੇਰੂ ਸ਼ਾਹ, ਜਿਸ ਦਾ ਨਾਮ ਹੁਣ ਫਿਰੋਜ਼ ਸ਼ਾਹ ਹੈ, ਉਸ ਦੇ ਕੋਲ ਪਹੁੰਚ ਕੇ ਲਾਲ ਸਿੰਘ ਨੇ ਫੌਜ ਦਾ ਇੱਕ ਹਿੱਸਾ ਅਲੱਗ ਕੀਤਾ ਅਤੇ ਉਹ ਅੰਗਰੇਜ਼ਾਂ ਦੀ ਮੁੱਖ ਫੌਜ ਵੱਲ ਵੱਧ ਗਿਆ, ਜਿਸ ਦੀ ਕਮਾਨ ਲਾਰਡ ਗਫ ਤੇ ਗਵਰਨਰ ਜਨਰਲ ਹਾਰਡਿੰਗ ਸੰਭਾਲ ਰਹੇ ਸਨ। ਜਿਹੜੀ ਫੌਜ ਲਾਲ ਸਿੰਘ ਲੈ ਕੇ ਗਿਆ ਸੀ ਉਹ ਅੰਗਰੇਜ਼ੀ ਫੌਜ ਨਾਲੋਂ ਕਾਫੀ ਛੋਟੀ ਸੀ ਅਤੇ ਅੰਗਰੇਜ਼ਾਂ ਦੀ ਵੱਡੀ ਗਿਣਤੀ ਦੇਖ ਕੇ ਪੰਜਾਬੀ ਫੌਜ ਹੈਰਾਨ ਵੀ ਹੋ ਗਈ। ਲਾਲ ਸਿੰਘ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਫੌਜਾਂ ਵਿਚਕਾਰ ਟਾਕਰਾ 2 ਦਿਨਾਂ ਵਿੱਚ ਹੀ ਹੋ ਜਾਏਗਾ। 18 ਦਸੰਬਰ ਦੀ ਦੁਪਹਿਰ ਬਾਅਦ ਜਦ ਅਚਾਨਕ ਅੰਗਰੇਜ਼ੀ ਫੌਜਾਂ ਮੁੱਦਕੀ ਪਿੰਡ ਦੇ ਨਜ਼ਦੀਕ ਪਹੁੰਚੀਆਂ ਤਾਂ ਬਜਾਏ ਆਪਣੀ ਫੌਜ ਨੂੰ ਜ਼ਰਾ ਪਾਸੇ ਹਟਾ ਕੇ ਸੁਰੱਖਿਅਤ ਥਾਂ ਤੋਂ ਵਾਰ ਕਰਨ ਬਾਰੇ ਸੋਚਣ ਦੇ, ਲਾਲ ਸਿੰਘ ਨੇ ਉੱਥੇ ਹੀ ਰੜੇ ਜਿਹੇ ਮੈਦਾਨ ਤੋਂ ਫਾਇਰਿੰਗ ਦਾ ਆਰਡਰ ਦੇ ਦਿੱਤਾ, ਜਿੱਥੇ ਕੁਝ ਝਾੜੀਆਂ ਹੀ ਸਨ। ਕੁਝ ਪੰਜਾਬੀ ਬੰਦੂਕਚੀ ਨਜ਼ਦੀਕ ਦੇ ਰੁੱਖਾਂ ਤੇ ਚੜ੍ਹ ਗਏ, ਪਰ ਲਾਲ ਸਿੰਘ ਵੱਲੋਂ ਫਾਇਰਿੰਗ ਦਾ ਹੁਕਮ ਉਦੋਂ ਦਿੱਤਾ ਗਿਆ ਜਦੋਂ ਕਿ ਦੁਸ਼ਮਣ ਦੀਆਂ ਫੌਜਾਂ ਉਹਨਾਂ ਦੀ ਰੇਂਜ ਵਿੱਚ ਵੀ ਨਹੀਂ ਆਈਆਂ ਸਨ। ਇਸ ਨਾਲ ਨਾ ਹੀ ਸਿਰਫ ਉਹਨਾਂ ਦੀਆਂ ਪੋਜੀਸ਼ਨਾਂ ਦਾ ਪਤਾ ਵਿਰੋਧੀ ਧਿਰ ਨੂੰ ਲੱਗਾ, ਸਗੋਂ ਗੋਲੀ ਸਿੱਕੇ ਦੀ ਵੀ ਵਾਧੂ ਬਰਬਾਦੀ ਹੋਈ। ਲਾਰਡ ਗਫ ਵੀ ਪੰਜਾਬੀ ਗੋਲੀਬਾਰੀ ਦੇ ਮੱਧਮ ਹੋਣ ਦੀ ਉਡੀਕ ਆਰਾਮ ਨਾਲ ਕਰ ਰਿਹਾ ਸੀ ਤੇ ਉਸਨੇ ਚਮਕਦੇ ਅੰਗਾਰਿਆਂ ਦੀ ਪੋਜੀਸ਼ਨਾਂ ਤੇ ਜ਼ੋਰਦਾਰ ਹਮਲਾ ਕਰਕੇ ਉਹਨਾਂ ਨੂੰ ਸ਼ਾਂਤ ਕਰ ਦਿੱਤਾ। ਭਾਵੇਂ ਲਾਲ ਸਿੰਘ ਆਪਣੇ ਬੰਦਿਆਂ ਨੂੰ ਛੱਡ ਕੇ ਆਪਣੇ ਕੈਂਪ ਫਿਰੋਜ਼ ਸ਼ਾਹ ਵੱਲ ਚਲਾ ਗਿਆ, ਪਰ ਫਿਰ ਵੀ ਪੰਜਾਬੀਆਂ ਨੇ ਹੱਥੋਂ ਹੱਥ ਦੀ ਲੜਾਈ ਇਸ ਤਰੀਕੇ ਨਾਲ ਲੜੀ ਕਿ ਅੰਗਰੇਜ਼ਾਂ ਨੇ ਮਹਿਸੂਸ ਕੀਤਾ ਕਿ ਉਹ ਉਹੋ ਜਿਹੇ ਪੱਕੇ ਇਰਾਦੇ ਵਾਲੇ ਸਿਪਾਹੀਆਂ ਨਾਲ ਲੜ ਰਹੇ ਨੇ ਜਿਹੋ ਜਿਹੇ ਉਹਨਾਂ ਨੂੰ ਹਿੰਦ ਉਪ ਮਹਾਦਵੀਪ ਵਿੱਚ ਕਿਧਰੇ ਵੀ ਨਹੀਂ ਟਕਰੇ ਸਨ। ਇਹ ਲੜਾਈ ਅੱਧੀ ਰਾਤ ਤੱਕ ਚੱਲਦੀ ਰਹੀ ਤੇ ਇਸੇ ਕਰਕੇ ਇਸ ਜਗ੍ਹਾ ਨੂੰ ਅੱਧੀ ਰਾਤ ਦੀ ਮੁੱਦਕੀ ਵੀ ਕਿਹਾ ਜਾਂਦਾ ਹੈ। ਫਿਰ ਬਿਨਾਂ ਅਗਵਾਈ ਦੇ ਪੰਜਾਬੀ, ਜਿਨ੍ਹਾਂ ਨੇ ਆਪਣੇ ਅੱਧੇ ਸਾਥੀ ਅਤੇ 15 ਤੋਪਾਂ ਗਵਾ ਲਈਆਂ ਸਨ, ਮੈਦਾਨ ਵਿੱਚੋਂ ਬਾਹਰ ਆ ਗਏ। ਪਰ ਇਸ ਤਕੜੇ ਮੁਕਾਬਲੇ ਤੋਂ ਬਾਅਦ ਗਫ ਨੇ ਫਿਰੋਜ਼ਪੁਰ ਵਿੱਚ ਲਿਟਲਰ ਨੂੰ ਸੁਨੇਹਾ ਭੇਜਿਆ ਕਿ ਉਹ ਆਪ ਲੜਾਈ ਵਿੱਚ ਨਾ ਕੁੱਦਣ ਅਤੇ ਜਲਦ ਤੋਂ ਜਲਦ ਉਸ ਨੂੰ ਮਿਲਣ। ਅੰਬਾਲਾ, ਮੇਰਠ ਤੇ ਦਿੱਲੀ ਤੋਂ ਹੋਰ ਫੌਜਾਂ ਮੰਗਵਾਈਆਂ ਗਈਆਂ। ਲਾਰਡ ਹਾਰਡਿੰਗ ਨੇ ਆਪਣੀ ਗਵਰਨਰ ਜਨਰਲ ਵਾਲੀ ਉੱਚੀ ਪਦਵੀ ਦਾ ਖਿਆਲ ਛੱਡ ਕੇ ਲਾਰਡ ਗਫ ਦੀ ਕਮਾਨ ਹੇਠ ਬਤੌਰ ਦੂਜੇ ਨੰਬਰ ਦੇ ਕਮਾਂਡਰ ਲੜਾਈ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ। ਮੁੱਦਕੀ ਦੀ ਇਸ ਲੜਾਈ ਤੋਂ ਬਾਅਦ ਅਗਲੀ ਲੜਾਈ ਹੁੰਦੀ ਹੈ ਫੇਰੂ ਸ਼ਾਹ ਵਿਖੇ, ਜਿੱਥੇ ਲਾਲ ਸਿੰਘ ਛੁਪ ਕੇ ਸੁਰੱਖਿਅਤ ਬੈਠਾ ਹੋਇਆ ਸੀ।